ਫੇਸਬੁੱਕ ਲਾਈਵ ਸੈਸ਼ਨ ਦੇ ਵਿੱਚ ਸਾਡੇ ਨਾਲ ਜੁੜੇ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਸੀਂ ਅੱਜ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਕੋਵਿਡ-19 ਦੀ ਮਹਾਮਾਰੀ ਨੂੰ ਲੈ ਕੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ 4 ਮਹੀਨੇ ਤੋਂ ਅਸੀਂ ਕੋਵਿਡ ਦੇ ਨਾਲ ਜੰਗ ਲੜ ਰਹੇ ਹਾਂ। ਅਸੀਂ ਕਰਫਿਊ ਤੇ ਲੋਕਡਾਊਨ ਵਰਗੇ ਮੁਸ਼ਕਿਲ ਦੌਰ ਦੇ ਵਿੱਚੋਂ ਵੀ ਨਿਕਲੇ ਹਾਂ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਹੁਸ਼ਿਆਰਪੁਰ ਵਾਸੀਆਂ ਦਾ ਉਸ ਮੁਸ਼ਕਿਲ ਦੌਰ ਦੇ ਵਿੱਚ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਹੈ, ਜਿਸ ਕਰਕੇ ਅਸੀਂ ਇਸ ਮਹਾਮਾਰੀ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਕਰ ਸਕੇ। ਹੁਣ ਕਰਫਿਊ ਜਾਂ ਲੋਕਡਾਊਨ ਵਾਲੀ ਸਿਚੁਏਸ਼ਨ ਨਹੀਂ ਹੈ। ਹੁਣ ਲੋਕਡਾਊਨ ਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਉਹਨਾਂ ਦਾ ਕਾਫੀ ਢਿੱਲ ਮਿਲ ਚੁੱਕੀ ਹੈ, ਹੁਣ ਕਾਫੀ ਰਿਲੈਕਸੇਸ਼ਨ ਮਿਲ ਚੁੱਕੀ ਹੈ। ਲੇਕਿਨ ਇਸ ਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਕੇਸਿਸ ਦੇ ਵਿੱਚ ਵੀ ਬਹੁਤ ਵਾਧਾ ਹੋ ਰਿਹਾ ਹੈ। ਹਾਲਾਂਕਿ ਹੈਲਥ ਡਿਪਾਰਟਮੈਂਟ ਦੀ ਟੀਮਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿਨ ਰਾਤ ਮਿਹਨਤ ਕਰਕੇ ਕਿ ਇਹਨਾਂ ਕੇਸਿਸ ਨੂੰ ਕੰਟਰੋਲ ਕੀਤਾ ਜਾਵੇ। ਲੇਕਿਨ ਇਸ ਦੇ ਨਾਲ ਹੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਆਮ ਪਬਲਿਕ ਵੱਲੋਂ ਵੀ ਕੁਝ ਪ੍ਰੀਕਾਸ਼ਨਸ ਲਈਆਂ ਜਾਣ ਅਤੇ ਉਹਨਾਂ ਵੱਲੋਂ ਜ਼ਿਆਦਾ ਸਮਝਦਾਰੀ ਅਤੇ ਜ਼ਿਆਦਾ ਇਹਤਿਆਤ ਵਰਤਣ ਦੀ ਉਮੀਦ ਕੀਤੀ ਜਾਂਦੀ ਹੈ। ਇਹਨਾਂ ਸਭ ਨੂੰ ਹੀ ਲੈ ਕੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨਾ ਚਾਹੁੰਦੀ ਹਾਂ। ਜੇ ਆਪਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕੋਵਿਡ ਦੀ ਸਥਿਤੀ ਦੇ ਬਾਰੇ ਗੱਲ ਕਰੀਏ ਤਾਂ ਹੁਣ ਤੱਕ ਪਿਛਲੇ 4 ਮਹੀਨੇ 'ਚ ਹੁਣ ਤੱਕ ਤਕਰੀਬਨ 209 ਕਨਫਰਮਡ ਕੋਰੋਨਾ ਵਾਇਰਸ ਪੋਜ਼ੀਟਿਵ ਕੇਸਿਸ ਇੱਥੇ ਆ ਚੁੱਕੇ ਨੇ, ਜਿਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਐਕਟਿਵ ਕੇਵਲ 24 ਕੇਸਿਸ ਨੇ। 183 ਕੇਸਿਸ ਜਿਹੜੇ ਹੈ ਪੇਸ਼ੈਂਟਸ ਕੋਰੋਨਾ ਵਾਇਰਸ ਦੇ, ਇਹ ਬਿਲਕੁਲ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ। ਅਤੇ ਜਿਹੜੇ 24 ਐਕਟਿਵ ਕੇਸਿਸ ਵੀ ਨੇ ਇਹ ਜਿਹਦੇ ਵਿੱਚ 2 ਸਾਡੇ PCS ਆਫਿਸਰਸ ਵੀ ਸ਼ਾਮਿਲ ਨੇ, ਇਹ ਸਾਰੇ ਹੀ ਏਸਿਮਟੋਮੈਟਿਕ ਕੇਸਿਸ ਨੇ। ਇਹ ਬਿਲਕੁਲ ਠੀਕ ਨੇ, ਇਹਨਾਂ ਨੂੰ ਇਹ ਬਿਲਕੁਲ ਵੀ ਸੀਰੀਅਸ ਨਹੀਂ ਹਨ। 7 ਜਿਹੜੀਆਂ ਹੈ ਇੱਥੇ ਡੈਥਸ ਹੋ ਚੁੱਕੀਆਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ। ਲੇਕਿਨ ਇਹ ਵੀ ਮੈਂ ਦੱਸਣਾ ਚਾਹੂੰਗੀ ਕਿ ਇਹ ਸਾਰੇ ਉਹ ਪੇਸ਼ੈਂਟ ਸੀਗੇ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਹੋਰ ਬਿਮਾਰੀ ਦਾ ਸ਼ਿਕਾਰ ਸੀਗੇ, ਡਾਇਬਟੀਜ਼ ਜਾਂ ਟਿਊਬਰਕਲੋਸਿਸ ਜਾਂ ਕੋਮੋਰਬਿਡਿਟੀ ਜਿਹਨੂੰ ਕੇਸਿਸ ਕਹਿੰਦੇ ਹਾਂ ਅਸੀਂ। ਇਹ ਕੋਮੋਰਬਿਡ ਕੇਸਿਸ ਸੀਗੇ ਜਿਸ ਕਾਰਨ ਅਨਫੋਰਚੂਨੇਟਲੀ ਇਹਨਾਂ ਦੀ ਡੈਥ ਹੋਈ ਹੈ। ਟੋਟਲ ਜੋ ਸੈਂਪਲਸ ਹੁਣ ਤੱਕ ਅਸੀਂ ਲੈ ਚੁੱਕੇ ਹਾਂ ਹੁਸ਼ਿਆਰਪੁਰ ਦੇ ਵਿੱਚ 19,085 ਸੈਂਪਲਸ ਲੈ ਚੁੱਕੇ ਹਾਂ, ਜਿਹਦੇ ਵਿੱਚੋਂ 17,702 ਜਿਹੜੇ ਹੈ ਸੈਂਪਲਸ ਦਾ ਰਿਜ਼ਲਟ ਨੈਗੇਟਿਵ ਆਇਆ ਹੈ। 1160 ਕੇਸਿਸ ਦਾ ਜਿਹੜਾ ਟੈਸਟ ਰਿਜ਼ਲਟ ਹੈ ਉਹ ਹਜੇ ਅਵੇਟਡ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਸਪੈਕਟਡ ਕੇਸਿਸ ਨੇ ਉਹਨਾਂ ਦਾ ਰਿਜ਼ਲਟ ਨੈਗੇਟਿਵ ਆ ਰਿਹਾ ਹੈ। ਇਸ ਲਈ ਇਸ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਕੇਵਲ ਅਤੇ ਕੇਵਲ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ। ਸਾਡੀਆਂ ਜੋ ਹੈਲਥ ਟੀਮਸ ਨੇ, ਸਿਵਲ ਆਫਿਸਰਸ ਦੀਆਂ ਟੀਮਸ ਅਤੇ ਪੁਲਿਸ ਦੀਆਂ ਟੀਮਸ ਲਗਾਤਾਰ ਡਿਊਟੀ ਨਿਭਾ ਰਹੀਆਂ ਨੇ। 24 ਘੰਟੇ 7 ਦਿਨ ਉਹ ਇਸ ਜੰਗ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੀਆਂ ਨੇ ਅਤੇ ਤੈਨਾਤ ਹਨ। ਸਾਡੇ ਡਿਸਟ੍ਰਿਕਟ ਦੇ ਵਿੱਚ 54 RRT ਟੀਮਸ ਨੇ ਜੋ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜਗ੍ਹਾ, ਵੱਖ-ਵੱਖ ਬਲਾਕਸ ਦੇ ਵਿੱਚ ਜੇ ਕੋਈ ਸਸਪੈਕਟਡ ਕੇਸ ਆਉਂਦਾ ਹੈ ਤਾਂ ਉਹਨਾਂ ਦਾ ਸੈਂਪਲ ਲੈਂਦੀਆਂ ਹਨ। ਮੈਂ ਇੱਥੇ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਸੈਂਪਲਿੰਗ ਕਪੈਸਿਟੀ ਹੈ ਉਹ ਪਹਿਲਾਂ ਨਾਲੋਂ ਬਹੁਤ ਵੱਧ ਚੁੱਕੀ ਹੈ। ਹੁਣ ਡੇਲੀ ਅਸੀਂ ਡਿਸਟ੍ਰਿਕਟ ਦੇ ਵਿੱਚ ਤਕਰੀਬਨ 500 ਤੋਂ ਜ਼ਿਆਦਾ ਸੈਂਪਲਸ ਲੈਂਦੇ ਹਾਂ। ਇਸ ਦੇ ਨਾਲ ਹੀ ਮਿਡ ਜੂਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹਾਊਸ ਟੂ ਹਾਊਸ ਸਰਵੇ ਸਟਾਰਟ ਕੀਤਾ ਗਿਆ ਹੈ, ਜਿਹਦੇ ਵਿੱਚ ਸਾਡੀ ਆਸ਼ਾ ਵਰਕਰਸ ਅਤੇ ਹੋਰ ਹੈਲਥ ਵਰਕਰਸ ਜਿਹੜੀ 30+ ਪੋਪੂਲੇਸ਼ਨ ਹੈ ਪੂਰੀ ਡਿਸਟ੍ਰਿਕਟ ਦੀ, ਉਹਨਾਂ ਨੂੰ ਘਰ ਘਰ ਜਾ ਕੇ ਸਕਰੀਨ ਕਰ ਰਹੇ ਨੇ, ਉਹਨਾਂ ਦਾ ਡਾਟਾ ਕੈਪਚਰ ਕਰ ਰਹੇ ਹਨ ਤਾਂ ਕਿ ਜੇ ਕੋਈ ਐਸਾ ਸਿੰਪਟੋਮੈਟਿਕ ਕੇਸ ਸਾਨੂੰ ਮਿਲਦਾ ਹੈ ਜਿਨ੍ਹਾਂ ਨੂੰ ਕੋਈ ਬੁਖਾਰ, ਖਾਂਸੀ ਜਾਂ ਕੋਵਿਡ ਦੇ ਕੋਈ ਇਸ ਤਰ੍ਹਾਂ ਦੇ ਲੱਛਣ ਮਿਲਦੇ ਹਨ ਤਾਂ ਉਹਨਾਂ ਦੀ ਤੁਰੰਤ ਟੈਸਟਿੰਗ ਕੀਤੀ ਜਾਵੇ, ਕਿਉਂਕਿ ਜਿੰਨੀ ਜਲਦੀ ਟੈਸਟਿੰਗ ਹੋਏਗੀ ਉਨੀ ਜਲਦੀ ਹੀ ਅਸੀਂ ਇਸ ਬਿਮਾਰੀ ਨੂੰ ਕਿਉਰ ਕਰ ਸਕਦੇ ਹਾਂ। ਇਹ ਜਿਹੜਾ ਸਰਵੇ ਹੈ ਇਹ ਆਲਮੋਸਟ 60% ਸਾਡੇ ਡਿਸਟ੍ਰਿਕਟ ਦਾ ਕੰਪਲੀਟ ਹੋ ਚੁੱਕਾ ਹੈ ਅਤੇ ਮੈਂ ਇਹ ਵੀ ਰਿਕੁਐਸਟ ਕਰਦੀ ਹਾਂ ਸਾਰਿਆਂ ਨੂੰ ਕਿ ਜਦੋਂ ਟੀਮਸ ਘਰ ਆਉਂਦੀਆਂ ਨੇ ਉਹਨਾਂ ਨਾਲ ਕੋਆਪਰੇਟ ਕੀਤਾ ਜਾਵੇ, ਕਿਉਂਕਿ ਇਹ ਟੀਮਸ ਜਿਹੜੀਆਂ ਹੈ ਇਹ ਤੁਹਾਡੀ ਸਿਹਤ ਲਈ ਅਤੇ ਤੁਹਾਡੀ ਬਿਹਤਰੀ ਲਈ ਹੀ ਕੰਮ ਕਰ ਰਹੀਆਂ ਨੇ। ਸੋ ਇਹਨਾਂ ਦਾ ਪਲੀਜ਼ ਸਹਿਯੋਗ ਦਿੱਤਾ ਜਾਵੇ। ਇਹਨਾਂ ਵੱਲੋਂ ਜੋ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਉਹ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਤੇ ਜੇਕਰ ਟੈਸਟ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਤੋਂ ਘਬਰਾਇਆ ਨਾ ਜਾਵੇ। ਟੈਸਟ ਕਰਵਾਉਣਾ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਅੱਛਾ ਹੋਏਗਾ, ਕਿਉਂਕਿ ਜੇਕਰ ਕਿਸੇ ਨੂੰ ਵੀ ਕਿਸੇ ਕਾਰਨ ਵਸ਼ ਕੋਰੋਨਾ ਵਾਇਰਸ ਪੋਜ਼ੀਟਿਵ ਕੇਸ ਪਾਇਆ ਜਾਂਦਾ ਹੈ ਤਾਂ ਉਹਨੂੰ ਜਲਦੀ ਤੋਂ ਜਲਦੀ ਆਪਣੇ ਬਾਕੀ ਦੇ ਪਰਿਵਾਰ ਦੇ ਮੈਂਬਰਸ ਤੋਂ ਅਲੱਗ ਕੀਤਾ ਜਾ ਸਕਦਾ ਹੈ ਤਾਂ ਕਿ ਉਹਨਾਂ ਨੂੰ ਇਹਦਾ ਸੰਕਰਮਣ ਨਾ ਹੋਵੇ। ਇਸ ਤੋਂ ਇਲਾਵਾ ਜਿੰਨੇ ਵੀ ਪੋਜ਼ੀਟਿਵ ਕੇਸਿਸ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਡਿਸਟ੍ਰਿਕਟ ਦੇ ਵਿੱਚ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ, ਉਹਦੇ ਵਿੱਚ ਰੱਖਿਆ ਜਾਂਦਾ ਹੈ। ਉਹਦੇ ਵਿੱਚ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਗਈਆਂ ਹਨ। ਇਹ ਕੋਵਿਡ ਕੇਅਰ ਸੈਂਟਰ ਰਾਇਤ ਬਾੜਾ ਇੰਸਟੀਚਿਊਟ ਦੇ ਵਿੱਚ ਬਣਿਆ ਹੈ।
ਇਸ ਤੋਂ ਇਲਾਵਾ ਸਾਡੇ ਡਿਸਟ੍ਰਿਕਟ ਦੇ ਵਿੱਚ ਲੈਵਲ 2 ਫੈਸਿਲਿਟੀ ਯਾਨੀ ਕਿ ਜੇਕਰ ਕਿਸੇ ਪੇਸ਼ੈਂਟ ਨੂੰ ਕੁਝ ਇਸ ਤਰ੍ਹਾਂ ਦੇ ਸਿੰਪਟਮਸ ਨੇ, ਉਹਨੂੰ ਆਕਸੀਜਨ ਸਪੋਰਟ ਦੀ ਜ਼ਰੂਰਤ ਹੈ, ਉਸ ਲਈ ਵੀ ਸਾਰੀਆਂ ਜਿਹੜੀਆਂ ਗਵਰਨਮੈਂਟ ਫੈਸਿਲਿਟੀਜ਼ ਹੈ ਸਾਡੀਆਂ ਪੂਰੀ ਤਰ੍ਹਾਂ ਤਿਆਰ ਹਨ। ਅਤੇ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ ਸਿਰਫ ਗਵਰਨਮੈਂਟ ਸੈਕਟਰ ਹੀ ਕਰੋਨਾ ਵਾਇਰਸ ਦੇ ਵਿੱਚ ਅੱਗੇ ਹੋ ਕੇ ਕੰਮ ਕਰ ਰਿਹਾ ਸੀਗਾ, ਲੇਕਿਨ ਅਸੀਂ ਪਿਛੇ ਹਫਤੇ IMA ਦੇ ਡਾਕਟਰਸ ਦੇ ਨਾਲ, IMA ਦੀ ਸਾਰੀ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਹੁਣ ਪ੍ਰਾਈਵੇਟ ਹਸਪੀਟਲਸ ਵੀ ਇਸ ਦੇ ਵਿੱਚ ਅੱਗੇ ਆ ਕੇ ਆਪਣੀ ਡਿਊਟੀ ਨਿਭਾ ਰਹੇ ਹਨ। ਅਤੇ ਡਿਸਟ੍ਰਿਕਟ ਦੇ 6 ਵੱਡੇ ਹਸਪੀਟਲਸ ਨੇ ਇਸ ਗੱਲ ਦੀ ਐਗਰੀਮੈਂਟ ਦਿੱਤੀ ਹੈ, ਕੰਸੈਂਟ ਦਿੱਤੀ ਹੈ ਕਿ ਉਹ ਵੀ ਕੋਵਿਡ ਦੇ ਪੇਸ਼ੈਂਟਸ ਨੂੰ ਹੁਣ ਟਰੀਟ ਕਰਨਗੇ। ਜੇਕਰ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਹੈ ਜਿਹਨੂੰ ਵੈਂਟੀਲੇਟਰ ਸਪੋਰਟ ਚਾਹੀਦਾ ਹੈ ਜਾਂ ICU ਸਪੋਰਟ ਚਾਹੀਦਾ ਹੈ, ਤਾਂ ਉਹ ਇਹਨਾਂ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਸਪੈਸ਼ਲੀ ਕੁਝ ਬੈੱਡਸ, ਕੁਝ ਵੈਂਟੀਲੇਟਰਸ ਇਹਨਾਂ ਪੇਸ਼ੈਂਟਸ ਦੇ ਲਈ ਡੈਡੀਕੇਟ ਕੀਤੇ ਗਏ ਨੇ। ਅਤੇ ਬਹੁਤ ਜਲਦੀ ਹੀ ਅਸੀਂ ਤੁਹਾਡੀ ਸਭ ਦੇ ਨਾਲ ਇਹਨਾਂ ਹਸਪੀਟਲਸ ਦੀ ਲਿਸਟ ਅਤੇ ਇਹਨਾਂ ਵੱਲੋਂ ਕਿੰਨੇ ਬੈੱਡਸ ਇਸ ਕੋਵਿਡ ਦੇ ਲਈ ਡੈਡੀਕੇਟ ਕੀਤੇ ਗਏ ਨੇ ਉਹ ਅਸੀਂ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਦਮ ਐਸੇ ਉਠਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਦੇ ਵਿੱਚ ਵੀ, ਜਿਵੇਂ ਕਿ ਅਸੀਂ ਜੇਕਰ ਕੋਈ ਮਾਸਕ ਨਹੀਂ ਪਹਿਨਦਾ ਉਸ ਦਾ ਚਲਾਨ ਕੀਤਾ ਜਾਂਦਾ ਹੈ, ਜੇਕਰ ਕੋਈ ਸੋਸ਼ਲ ਡਿਸਟੈਂਸਿੰਗ ਫੋਲੋ ਨਹੀਂ ਕਰਦਾ ਉਸ ਦਾ ਚਲਾਨ ਕੀਤਾ ਜਾਂਦਾ ਹੈ। ਅਤੇ ਹੁਣ ਤੱਕ ਅਸੀਂ ਡਿਸਟ੍ਰਿਕਟ ਦੇ ਵਿੱਚ ਤਕਰੀਬਨ 60 ਲੱਖ ਤੋਂ ਉੱਪਰ ਦੇ ਚਲਾਨ ਕਰ ਚੁੱਕੇ ਹਾਂ, ਜੋ ਕਿ ਮਾਸਕ ਨਾ ਪਹਿਨਣ ਕਰਕੇ ਜਾਂ ਸਮਾਜਿਕ ਦੂਰੀ ਨਾ ਬਣਾਉਣ ਕਰਕੇ ਕੱਟੇ ਗਏ ਨੇ। ਨਾਲ ਹੀ ਅਸੀਂ ਜਿਹੜਾ ਸਾਡਾ ਹਿਮਾਚਲ ਦੇ ਨਾਲ ਬਹੁਤ ਲੰਬਾ, ਜਿਵੇਂ ਕਿ ਸਾਨੂੰ ਪਤਾ ਹੈ, ਬਾਰਡਰ ਲੱਗਦਾ ਹੈ, ਉੱਥੇ ਅਸੀਂ 5 ਬਾਰਡਰ ਚੈੱਕ ਪੋਸਟਸ ਬਣਾਈਆਂ ਨੇ ਤਾਂ ਕਿ ਜੋ ਕੋਈ ਵੀ ਹਿਮਾਚਲ ਤੋਂ ਹੁਸ਼ਿਆਰਪੁਰ ਦੇ ਵਿੱਚ ਆਉਂਦਾ ਹੈ ਉਸ ਦਾ ਬਾਰਡਰ 'ਤੇ ਹੀ ਉਸ ਦੀ ਸਕਰੀਨਿੰਗ ਕੀਤੀ ਜਾ ਸਕੇ। ਉਹਨਾਂ ਨੂੰ ਕੋਵਾ ਐਪ ਡਾਊਨਲੋਡ ਕਰਵਾਈ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਜਿਹੜੇ ਹੋਰ ਵੀ ਡਿਸਟ੍ਰਿਕਟਸ ਦੇ ਵਿੱਚੋਂ ਹੁਸ਼ਿਆਰਪੁਰ ਦੇ ਵਿੱਚ ਆ ਰਹੇ ਨੇ ਜਾਂ ਹੋਰ ਸਟੇਟਸ ਦੇ ਵਿੱਚੋਂ ਆ ਰਹੇ ਨੇ, ਬਾਏ ਰੋਡ ਆਉਂਦੇ ਆ ਜਾਂ ਬਾਏ ਏਅਰ ਆ ਰਹੇ ਨੇ, ਉਹਨਾਂ ਸਾਰਿਆਂ ਦਾ ਡਾਟਾ ਵੀ ਸਾਨੂੰ ਅਲੱਗ-ਅਲੱਗ ਸੋਰਸਿਸ ਤੋਂ ਪ੍ਰੋਵਾਈਡ ਹੋ ਰਿਹਾ ਹੈ ਅਤੇ ਅਸੀਂ ਇਮੀਡੀਏਟਲੀ ਇਹਨਾਂ ਨੂੰ ਸੰਪਰਕ ਕਰਕੇ ਸਾਰੇ ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਰਿਹਾ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ, ਅਤੇ ਉਹਨਾਂ ਦੇ ਸੈਂਪਲ ਵੀ ਲਏ ਜਾ ਰਹੇ ਨੇ। NRIs ਜੋ ਆਉਂਦੇ ਨੇ ਅਲੱਗ-ਅਲੱਗ ਕੰਟਰੀਜ਼ ਤੋਂ ਜੋ ਆ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ, ਉਹਨਾਂ ਨੂੰ ਕੁਆਰੰਟਾਈਨ ਕਰਨ ਲਈ ਰਾਇਤਬਾੜਾ ਦੇ ਵਿੱਚ ਕੁਆਰੰਟਾਈਨ ਫੈਸਿਲਿਟੀ ਬਣਾਈ ਗਈ ਹੈ ਅਤੇ ਜਿੱਥੇ ਇਹਨਾਂ ਨੂੰ 7 ਦਿਨ ਲਈ ਕੁਆਰੰਟਾਈਨ ਕੀਤਾ ਜਾਂਦਾ ਹੈ ਅਤੇ ਇਹਨਾਂ ਦਾ ਸੈਂਪਲ ਵੀ ਲਿਆ ਜਾਂਦਾ ਅਤੇ ਜਿਸ ਤੋਂ ਬਾਅਦ ਇਹਨਾਂ ਨੂੰ 7 ਦਿਨ ਲਈ ਹੋਰ ਹੋਮ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਅਸੀਂ ਡਿਸਟ੍ਰਿਕਟ ਦੇ ਵਿੱਚ ਇੱਕ ਕੰਟਰੋਲ ਰੂਮ ਵੀ ਬਣਾਇਆ ਹੈ ਜੋ ਕਿ ਜਦੋਂ ਤੋਂ ਕੋਵਿਡ ਮਹਾਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਹੁਣ ਵੀ ਚੱਲ ਰਿਹਾ ਹੈ। ਕੰਟਰੋਲ ਰੂਮ ਨੰਬਰ 220412। ਇਸ 'ਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਜੋ ਕੋਈ ਦਿੰਦਾ ਹੈ, ਚਾਹੇ ਉਹ ਕਿਸੇ ਦੇ ਆਉਣ ਬਾਰੇ ਹੋਵੇ, ਕੋਈ ਬਾਹਰੋਂ ਆਇਆ ਹੈ ਜਾਂ ਹੋਰ ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਇਹ ਕੰਟਰੋਲ ਰੂਮ ਨੰਬਰ 'ਤੇ ਫੋਨ ਕਰਕੇ ਦੱਸ ਸਕਦੇ ਨੇ ਜਾਂ ਪੁੱਛ ਸਕਦੇ ਨੇ ਜੇ ਕੋਈ ਜਾਣਕਾਰੀ ਚਾਹੀਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਤੇ ਫੈਲਾਅ ਨੂੰ ਰੋਕਣ ਲਈ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਹਨਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇ ਤਾਂ ਕਿ ਅਸੀਂ ਖੁਦ ਨੂੰ ਤੇ ਆਪਣੇ ਆਸ-ਪਾਸ ਦਿਆਂ ਨੂੰ, ਆਪਣੇ ਪਰਿਵਾਰ ਨੂੰ ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾ ਸਕੀਏ। ਅਸੀਂ ਘਰੋਂ ਬਾਹਰ ਨਿਕਲਣ ਲੱਗੇ ਮਾਸਕ ਜ਼ਰੂਰ ਪਹਿਨੀਏ। ਘਰੋਂ ਬਾਹਰ ਨਿਕਲਣ ਲੱਗੇ ਲੋਕਾਂ ਤੋਂ ਅਸੀਂ ਦੂਰੀ ਬਣਾਈ ਰੱਖੀਏ ਜਿੰਨਾ ਜ਼ਿਆਦਾ ਹੋ ਸਕੇ। ਆਪਣੇ ਹੱਥ ਲਗਾਤਾਰ ਧੋਂਦੇ ਰਹੀਏ। ਇਹ ਕੁਝ ਛੋਟੀਆਂ-ਛੋਟੀਆਂ ਪ੍ਰੀਕਾਸ਼ਨਸ ਹੈ ਜਿਨ੍ਹਾਂ ਨੂੰ ਜੇ ਅਸੀਂ ਵਰਤਾਂਗੇ ਤਾਂ ਅਸੀਂ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਾਂਗੇ, ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਾਂਗੇ। ਮਾਸਕ ਨੂੰ ਸਹੀ ਤਰੀਕੇ ਨਾਲ ਪਹਿਨਣਾ ਬਹੁਤ ਜ਼ਰੂਰੀ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਜਦੋਂ ਤੁਸੀਂ ਮਾਸਕ ਨੂੰ ਸੁੱਟਣਾ ਹੈ ਤਾਂ ਤੁਸੀਂ ਇਸੇ ਤਰ੍ਹਾਂ ਨਹੀਂ ਸੁੱਟ ਦੇਣਾ, ਉਹਨੂੰ ਚੰਗੀ ਤਰ੍ਹਾਂ ਕਿਸੇ ਚੀਜ਼ ਦੇ ਵਿੱਚ ਲਪੇਟ ਕੇ ਕੂੜੇਦਾਨ ਦੇ ਵਿੱਚ ਸੁੱਟਣਾ ਹੈ ਤਾਂ ਕਿ ਤੁਹਾਡੇ ਮਾਸਕ ਤੋਂ ਕਿਸੇ ਹੋਰ ਨੂੰ ਕਰੋਨਾ ਵਾਇਰਸ ਦਾ ਸੰਕਰਮਣ ਜਾਂ ਇਸ ਤਰ੍ਹਾਂ ਦਾ ਕੋਈ ਇਨਫੈਕਸ਼ਨ ਨਾ ਹੋਵੇ। ਸਰਕਾਰ ਵੱਲੋਂ ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਦੇ ਇਕੱਠ ਲਈ 30 ਵਿਅਕਤੀਆਂ ਤੱਕ ਅਤੇ ਜੇ ਕੋਈ ਫਿਊਨਰਲ ਹੈ, ਕਿਸੇ ਦੀ ਡੈਥ ਹੋਈ ਹੈ ਤਾਂ ਅੰਤਿਮ ਰਸਮਾਂ ਲਈ 20 ਵਿਅਕਤੀਆਂ ਤੱਕ ਦੀ ਜਿਹੜੀ ਹੈ ਲਿਮਿਟ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਲਈ ਜਿਹੜੇ ਮੈਰਿਜ ਪੈਲੇਸਿਸ ਨੇ, ਹੋਟਲਸ ਨੇ ਜਿੱਥੇ ਇਹ ਮੈਰਿਜਸ ਜਾਂ ਕੋਈ ਸਮਾਗਮ ਹੁੰਦੇ ਨੇ, ਉਹਨਾਂ ਨੂੰ ਇਸ ਦੇ ਲਈ ਰਿਸਪੌਂਸਿਬਲ ਠਹਿਰਾਇਆ ਜਾਏਗਾ ਜੇਕਰ ਇਹਨਾਂ ਰੂਲਾਂ ਦੀ ਪਾਲਣਾ ਨਹੀਂ ਹੁੰਦੀ, ਇੱਥੇ ਤੱਕ ਕਿ ਉਹਨਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਵੀ ਕੋਈ ਮੈਰਿਜ ਫੰਕਸ਼ਨ ਜਾਂ ਕੋਈ
ਪਬਲਿਕ ਗੈਦਰਿੰਗ ਹੁੰਦੀ ਹੈ ਉਹਦੇ ਵਿੱਚ 30 ਤੋਂ ਜ਼ਿਆਦਾ ਵਿਅਕਤੀ ਨਹੀਂ ਹੋਣੇ ਚਾਹੀਦੇ। ਇਸ ਤੋਂ ਇਲਾਵਾ ਵੀ ਅਸੀਂ ਕੋਸ਼ਿਸ਼ ਕਰੀਏ ਕਿ 5 ਤੋਂ ਜ਼ਿਆਦਾ ਵਿਅਕਤੀ ਕਿਤੇ ਵੀ ਇਕੱਠੇ ਨਾ ਹੋਣ, ਕਿਉਂਕਿ ਜਿਹੜੇ ਰੀਸੈਂਟ ਆਰਡਰਸ ਹੋਏ ਨੇ ਪੰਜਾਬ ਸਰਕਾਰ ਦੇ ਉਹਦੇ ਵਿੱਚ ਬਹੁਤ ਹੀ ਕਲੀਅਰਲੀ ਮੈਂਸ਼ਨਡ ਹੈ ਕਿ ਇਸ ਤਰ੍ਹਾਂ ਦੀ ਜੇ ਗੈਦਰਿੰਗ ਬੇਵਜ੍ਹਾ ਬੇਫਜ਼ੂਲ ਕੀਤੀ ਜਾਂਦੀ ਹੈ ਤਾਂ ਉਹਦੇ ਤੇ ਵੀ ਸਟ੍ਰਿਕਟ ਐਕਸ਼ਨ ਲਿਆ ਜਾਏਗਾ, FIR ਦਰਜ ਕੀਤੀ ਜਾਏਗੀ। ਇਸ ਤੋਂ ਇਲਾਵਾ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਮਾਸਕ ਜਿਹੜਾ ਹੈ ਉਹ ਸਾਨੂੰ ਸਿਰਫ ਬਾਹਰ ਹੀ ਜਾਣ ਲੱਗੇ ਪਾਉਣਾ ਜ਼ਰੂਰੀ ਹੈ, ਲੇਕਿਨ ਜਦੋਂ ਅਸੀਂ ਘਰ ਵਿੱਚ ਵੀ ਬੈਠੇ ਹਾਂ ਜਾਂ ਅਸੀਂ ਆਪਣੇ ਆਫਿਸਿਸ ਦੇ ਵਿੱਚ ਵੀ ਹਾਂ ਉਦੋਂ ਵੀ ਮਾਸਕ ਨੂੰ ਪਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਘਰ ਜਾਂ ਆਫਿਸਿਸ ਇਹ ਕਲੋਜ਼ਡ ਸਪੇਸਿਸ ਹੁੰਦੇ ਆ, ਕਈ ਵਾਰੀ ਇੱਥੇ ਵੈਂਟੀਲੇਸ਼ਨ ਘੱਟ ਹੁੰਦੀ ਹੈ ਤਾਂ ਇਸ ਲਈ ਇੱਥੇ ਜਿਹੜੇ ਵਾਇਰਸ ਦੇ ਸੰਕਰਮਣ ਦੀ ਜਿਹੜੀ ਪੋਸੀਬਿਲਿਟੀ ਹੈ ਹੋਰ ਵੱਧ ਜਾਂਦੀ ਹੈ। ਸੋ ਅਸੀਂ ਇਹ ਵੀ ਕੋਸ਼ਿਸ਼ ਕਰੀਏ ਕਿ ਅਸੀਂ AC ਜੇ 에ਅਰ ਕੰਡੀਸ਼ਨ ਰੂਮ 'ਚ ਬੈਠੇ ਹਾਂ ਤਾਂ ਕੋਈ ਨਾ ਕੋਈ ਖਿੜਕੀ ਜ਼ਰੂਰ ਖੋਲ੍ਹ ਕੇ ਰੱਖੀਏ ਤਾਂ ਕਿ ਵੈਂਟੀਲੇਸ਼ਨ ਅੱਛੀ ਹੁੰਦੀ ਹੈ। ਇਹ ਜਿਹੜੀਆਂ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਆਰਡਰ ਕੀਤੇ ਜਾਂਦੇ ਨੇ, ਇਹ ਸਭ ਤੁਹਾਡੀ ਸੁਰੱਖਿਆ ਲਈ ਹੈ, ਨਾ ਕਿ ਕਿਸੇ ਤਰ੍ਹਾਂ ਦਾ ਪੈਨਿਕ ਫੈਲਾਉਣ ਲਈ ਹੈ ਜਾਂ ਡਰ ਫੈਲਾਉਣ ਲਈ ਹੈ, ਨਾ ਹੀ ਤੁਹਾਨੂੰ ਤੰਗ ਪਰੇਸ਼ਾਨ ਕਰਨ ਲਈ ਹੈ। ਜੇ ਪੁਲਿਸ ਵੀ ਕੋਈ ਸਖਤੀ ਕਰਦੀ ਹੈ ਤਾਂ ਉਹ ਇਹ ਨਾ ਸਮਝਿਆ ਜਾਵੇ ਕਿ ਉਹ ਤੰਗ ਪਰੇਸ਼ਾਨ ਕਰਨ ਲਈ ਹੈ, ਇਹ ਸਾਡੇ ਸਭ ਦੀ ਸੇਫਟੀ ਲਈ ਹੈ। ਅੱਜ ਇਸ ਜ਼ਿਲ੍ਹੇ ਦੇ ਵਿੱਚ 24 ਐਕਟਿਵ ਕੇਸਿਸ ਨੇ। ਸਾਡੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਜਿੰਨਾ ਘਟਾ ਸਕੀਏ ਘਟਾਈਏ, ਲੇਕਿਨ ਜੇ ਕੁਝ ਕੇਸਿਸ ਆਉਂਦੇ ਵੀ ਹੈਗੇ ਆ ਤਾਂ अर्ਲੀ ਟੈਸਟਿੰਗ ਹੋ ਰਹੀ ਹੈ, अर्ਲੀ ਡਿਟੈਕਸ਼ਨ ਹੋ ਰਹੀ ਹੈ ਤੇ ਉਹਨਾਂ ਨੂੰ अर्ਲੀ ਕਿਉਰ ਕੀਤਾ ਜਾ ਰਿਹਾ ਹੈ, ਤਾਂ ਇਸ ਦੇ ਵਿੱਚ ਕੋਈ ਪੈਨਿਕ ਜਾਂ ਕੋਈ ਡਰਨ ਵਾਲੀ ਗੱਲ ਵੀ ਨਹੀਂ ਹੋਣੀ ਚਾਹੀਦੀ। ਸਾਰੇ ਹੈਲਥ ਟੀਮਸ ਦੇ ਵਰਕਰ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰੀਏ। ਉਹ ਦਿਨ ਰਾਤ ਜਿਹੜੀ ਮਿਹਨਤ ਕਰ ਰਹੇ ਨੇ ਤਾਂ ਹੀ ਉਹਦਾ ਕੋਈ ਅਸਰ ਹੋਏਗਾ। ਮੈਂ ਇੱਕ ਵਾਰੀ ਫਿਰ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਸਮੇਂ ਤੇ ਸਾਰੀਆਂ ਹਦਾਇਤਾਂ ਇਹਨਾਂ ਦੀ ਪਾਲਣਾ ਕੀਤੀ ਜਾਵੇ ਤੇ ਇਹ ਵੀ ਆਸ਼ਵਾਸਨ ਦਿੰਦੀ ਹਾਂ ਕਿ ਪੂਰਾ ਪ੍ਰਸ਼ਾਸਨ ਕਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਨੂੰ ਟੈਕਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੇ ਮੈਂ ਉਮੀਦ ਕਰਦੀ ਹਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਜਲਦੀ ਇਸ ਜੰਗ ਨੂੰ ਜਿੱਤਾਂਗੇ ਤੇ ਇਸ ਤੇ ਫਤਿਹ ਪਾਵਾਂਗੇ। ਜੈ ਹਿੰਦ।